ਬਾਹਰ ਬਾਰ ਜਗਦੀਸ਼ਾ, ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਇਕ ਪਲ ਮੇਰੇ ਸਿੰਘਨ ਮਾਰ, ਐਸੇ ਮੂਰਖ ਬਕੈ ਬਿਰਾੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਂਝੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਵਡਭਾਗੇ ਹੋ। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। 18ਵੀਂ ਸਦੀ ਦੇ ਸਿੰਘਾਂ ਦਾ ਇਤਿਹਾਸ ਆਪ ਜੀ ਕਵਿਰਾਜ ਕਵੀ ਰਤਨ ਸਿੰਘ ਜੀ ਭੰਗੂ ਉਹਨਾਂ ਦੀ ਰਚਨਾ ਤੇ ਕਲਮ ਦੇ ਨਾਲ ਉਚਾਰਨ ਤੇ ਲਿਖਿਆ ਹੋਇਆ ਪਾਵਨ ਪਵਿੱਤਰ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਸਰਵਣ ਕਰ ਰਹੇ ਹੋ। ਵੱਡਾ ਘੱਲੂਘਾਰਾ ਵਾਪਰ ਚੁੱਕਾ ਹੈ। ਸਿੰਘ ਮਾਲਵੇ ਦੀ ਧਰਤੀ ਦੇ ਵਿੱਚ ਬਰਨਾਲੇ ਨੂੰ ਜਾ ਰਹੇ ਹਨ। ਬਿਰਾੜਾਂ ਦੇ ਪਿੰਡਾਂ ਦੇ ਵਿੱਚ ਜਦੋਂ ਰੁਕਣਾ ਕਰਦੇ ਨੇ, ਇਹਨਾਂ ਨੇ ਠਹਿਰਨ ਨੂੰ ਤਾਂ ਜਗ੍ਹਾ ਦੇ ਦਿੱਤੀ ਹੈ, ਪਰ ਕਦੀ ਹਾਸਾ ਕਰਦੇ ਨੇ, ਕਦੀ ਮਖੌਲ, ਕਦੀ ਠੱਠਾ ਕਰਦੇ ਨੇ, ਕਦੀ ਨਾਮ ਜਿਹੜਾ ਹੈ ਉਹ ਪੂਰਾ ਨਹੀਂ ਲੈਂਦੇ। ਸਿੰਘ ਜੇ ਸਮਝਾਉਣ ਦਾ ਯਤਨ ਕਰਦੇ ਨੇ ਤੇ ਅੱਗੋਂ ਜਿਹੜਾ ਹੈ ਉਹਨਾਂ ਨੂੰ ਫਿਰ ਜਿਹੜਾ ਹੈ ਮਜ਼ਾਕੀਆ ਸੁਭਾਅ ਦੇ ਵਿੱਚ ਜਿਹੜਾ ਹੈ ਜਵਾਬ ਦਿੰਦੇ। ਇੱਕ ਵਾਰ ਤਾਂ ਸਿੰਘਾਂ ਨੇ ਕਿਹਾ ਵੀ ਤੁਸੀਂ ਅੰਮ੍ਰਿਤ ਛਕ ਲਓ। ਕਹਿੰਦੇ ਅੰਮ੍ਰਿਤ ਤਾਂ ਸਾਡੇ ਹਿਰਦੇ ਦੇ ਵਿੱਚ ਹੀ ਹੈ, ਸਾਡੇ ਦਾਦੇ ਨੇ ਛਕਿਆ ਸੀ। ਉਹੀ ਅੰਮ੍ਰਿਤ ਕਿਤੇ ਨਿਕਲ ਗਿਆ ਵਿੱਚੋਂ, ਜਿਹੜਾ ਦਾਦੇ ਨੇ ਛਕਿਆ ਸੀ ਉਹੀ ਜੱਦੀ ਪੁਸ਼ਤੀ ਅੰਮ੍ਰਿਤ ਜਿਹੜਾ ਹੈ ਚੱਲਿਆ ਹੁੰਦਾ ਹੈ। ਇਸ ਤਰ੍ਹਾਂ ਇਹ ਗੱਲਾਂ ਬਾਤਾਂ ਜਿਹੜੇ ਨੇ ਕਰ ਰਹੇ ਨੇ ਤੇ ਸਿੰਘ ਆਪਣੇ ਸਮੇਂ ਨੂੰ ਕੱਟਦੇ ਪਏ ਨੇ। ਇੱਕ ਪਾਸੇ ਅਬਦਾਲੀ ਦੀਆਂ ਫੌਜਾਂ ਹਨ, ਉਹ ਮਾਲਵੇ ਵਾਹਿਗੁਰੂ ਦੁਆਬੇ ਤੇ ਮਾਝੇ ਦੇ ਵਿੱਚ ਰਹਿਣ ਨਹੀਂ ਦਿੰਦਾ ਅਬਦਾਲੀ। ਇੱਧਰ ਮਾਲਵੇ ਦੀ ਧਰਤੀ ਦੇ ਵਿੱਚ ਹੁਣ ਰਹਿੰਦੇ ਨੇ ਤੇ ਇਹ ਬਰਾੜ ਇੱਦਾਂ ਕਰਦੇ ਸਨ। ਫਿਰ ਜੈਤੋਂ ਵਾਲੀ ਧਰਤੀ ਨੂੰ ਜਿਹੜੇ ਨੇ ਇਹ ਮੁੜਨਾ ਹੋਏ ਨੇ। ਉੱਥੇ ਜਿਹੜੇ ਨੇ ਜਾ ਕਰਕੇ ਥੋੜ੍ਹਾ ਬਹੁਤਾ ਰੈਣ ਬਸੇਰਾ ਕਰਦੇ ਨੇ, ਪਰ ਫਿਰ ਵੀ ਬਰਾੜ ਜਿਹੜੇ ਨੇ ਉਹ ਮਗਰੋਂ ਨਹੀਂ ਹਟ ਰਹੇ। ਉਹ ਕਹਿੰਦੇ ਸਾਡੇ ਤੋਂ ਵੱਡਾ ਬਲੀ ਕਿਹੜਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਡੇ ਇਹਨਾਂ ਇਲਾਕਿਆਂ ਦੇ ਵਿੱਚ ਆਏ ਸਨ। ਅਸੀਂ ਚਾਹੀਏ ਤਾਂ ਇੱਕ ਪਲ ਦੇ ਵਿੱਚ ਜਿਹੜੇ ਹਾਂ ਉਹ ਸਿੰਘਾਂ ਦਾ ਜਿਹੜਾ ਹੈ ਉਹ ਘਾਣ ਕਰ ਸਕਦੇ ਹਾਂ। ਇਸ ਤਰ੍ਹਾਂ ਸਿੰਘਾਂ ਤੇ ਬਰਾੜਾਂ ਦੀ ਜਿੱਦਾਂ ਵਿਗੜੀ ਹੈ, ਉਹ ਕਵਿਰਾਜ ਜੀ ਕਥਾ ਕਹਿ ਰਹੇ ਨੇ। ਆਓ ਅੱਗੇ ਸਰਵਣ ਕਰੀਏ। ਦਿਓ ਅਸੀਸ ਅੱਖ ਨੂੰ ਕਰੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀਓ, ਇਕ ਪਲ ਮੇਰੇ ਸਿੰਘਨ ਮਾਰ। ਕਹਿੰਦੇ ਅਸੀਂ ਤਾਂ ਸਿੰਘਾਂ ਨੂੰ ਇੱਕ ਪਲ ਦੇ ਵਿੱਚ ਜਿਹੜਾ ਹੈ ਉਹ ਮਲੀਆ ਮੇਟ ਕਰ ਦੇਵਾਂਗੇ ਜੀ। ਐਸੇ ਮੂਰਖ ਬਕੈ ਬਿਰਾੜ। ਇਸ ਤਰ੍ਹਾਂ ਇਹ ਮੂਰਖ ਲੋਕ ਸਿੰਘਾਂ ਦੇ ਪ੍ਰਥਾਏ ਇਹ ਬਚਨ ਕਰਦੇ ਹਨ ਜੀ। ਦੋਹਰਾ 5 ਵਾਰ ਭਾਰੀ ਭਾਜੜ ਕਰੀ, ਸਿੰਘਨ ਤੇ ਗਿਰ ਜਾਨ। ਕਵਿਰਾਜ ਜੀ ਆਖਦੇ ਨੇ ਇਸ ਸਮੁੱਚੇ ਕਿੱਸੇ ਦੇ ਵਿੱਚ ਸਿੰਘਾਂ ਦੇ ਉੱਤੇ ਜਦੋਂ ਵੀ ਭਾਰੀ ਪੈਂਦੀ ਸੀ ਤੇ ਸਿੰਘ ਜਿਹੜੇ ਸਨ ਉਹ ਮਾਲਵੇ ਦੀ ਧਰਤੀ ਨੂੰ ਆ ਜਾਂਦੇ ਸਨ। ਜਿੰਨੀ ਵਾਰ ਵੀ ਸਿੰਘਾਂ ਦੇ ਉੱਤੇ ਭਾਜੜ ਪਈ, ਪਰ ਉਹਨਾਂ ਦੇ ਵਿੱਚੋਂ 5 ਜਿਹੜੇ ਸਨ ਉਹ ਅਹਿਮ ਹਮਲਿਆਂ ਦੀ ਗੱਲ ਕੀਤੀ ਹੈ, ਜਿੱਥੇ ਭਾਰੀ ਤਾਦਾਦ ਦੇ ਵਿੱਚ ਜ਼ਾਲਮ ਜਿਹੜਾ ਸੀ ਚੜ੍ਹ ਕੇ ਆਇਆ। ਜਿਸ ਤਰ੍ਹਾਂ ਵੱਡੇ ਘੱਲੂਘਾਰੇ ਦੇ ਵਿੱਚ 6 ਲੱਖ ਫੌਜ ਲੈ ਕੇ ਅਬਦਾਲੀ ਆਇਆ ਸੀ। ਇਸ ਤਰ੍ਹਾਂ ਦੇ ਉਹ 5 ਵਾਰ ਸਿੰਘਾਂ ਦੇ ਉੱਤੇ ਬੜੀ ਭਾਰੀ ਮੁਸੀਬਤ ਪਈ ਸੀ ਜੀ। ਕਦੇ ਬਰਸ ਕਦੇ ਦੋਏ ਬਰਸ, ਸਿੰਘਨ ਬਸੈ ਮਾਲਵੇ ਆਨ। ਅਸਲ ਦੇ ਵਿੱਚ ਇੱਕ ਪਾਸੇ ਅਬਦਾਲੀ ਦੀਆਂ ਫੌਜਾਂ ਸਨ ਤੇ ਮਾਝੇ ਤੇ ਦੁਆਬੇ ਦੇ ਵਿੱਚ ਰਹਿਣ ਨਹੀਂ ਸੀ ਹੁੰਦਾ, ਤੇ ਇੱਧਰ ਜਿਹੜਾ ਸੀ ਬੀਆਬਾਨ ਇਲਾਕਾ ਸੀ, ਦਰਿਆ ਦੇ ਕੰਢੇ ਕੰਢੇ ਝਾੜੀਆਂ, ਕਿਉਂਕਿ ਇਹਨੂੰ ਲੱਖੀ ਜੰਗਲ ਵੀ ਗਿਣਿਆ ਗਿਆ।
ਇਸ ਕਰਕੇ ਜ਼ਿਆਦਾਤਰ ਇਹਨਾਂ ਦੀ ਸਟੇ ਜਿਹੜੀ ਸੀ ਮਾਲਵੇ ਦੇ ਵਿੱਚ ਹੁੰਦੀ ਸੀ ਸਿੰਘਾਂ ਦੀ, ਕਿਉਂਕਿ ਇੰਨੀ ਦੂਰ ਤੱਕ ਅਬਦਾਲੀ ਦੀ ਪਹੁੰਚ ਵੀ ਜਿਹੜੀ ਸੀ ਨਾ ਉਹ ਨਾਕਾਮ ਰਹਿ ਜਾਂਦੀ ਸੀ। ਇੱਥੇ ਪਾਣੀ ਦੀ ਘਾਟ ਸੀ ਤੇ ਇਹ ਅਬਦਾਲੀ ਫੌਜਾਂ ਅਫਗਾਨੀਏ ਜਿਹੜੇ ਸਨ ਨਾ ਇਹ ਪਾਣੀ ਦੀ ਤ੍ਰੇਖ ਨੂੰ ਜ਼ਿਆਦਾਤਰ ਭੱਜਦੇ ਰਹੇ ਆ ਹਰ ਵਾਰੀ। ਆਪਾਂ ਮੁਕਤਸਰ ਸਾਹਿਬ ਦਾ ਵੀ ਜ਼ਿਕਰ ਕੀਤਾ ਹੈ, ਵੱਡੇ ਘੱਲੂਘਾਰੇ ਦੇ ਵਿੱਚ ਵੀ ਜੇ ਇਹ ਮੁੜੀਆਂ ਹਨ ਫੌਜਾਂ ਤੇ ਪਾਣੀ ਦੀ ਘਾਟ ਕੋਲੋਂ ਮੁੜੀਆਂ ਨੇ। ਇਸ ਤਰ੍ਹਾਂ ਇਹ ਕਦੀ 1 ਸਾਲ ਕਦੀ 2 ਸਾਲ ਬਾਅਦ ਇਸ ਮਾਲਵੇ ਦੀ ਧਰਤੀ ਦੇ ਵਿੱਚ ਆ ਕੇ ਆਪਣਾ ਟਿਕਾਣਾ ਕਰਦੇ ਹਨ ਜੀ। ਚੌਪਈ 5 ਵਾਰ ਤੋਂ ਸੁਣ ਪਰਿਵਾਰ, ਜੇ 5 ਵਾਰ ਤਾਂ ਆਪਣੇ ਪਰਿਵਾਰਾਂ ਦੇ ਨਾਲ ਇਸ ਮਾਲਵੇ ਦੀ ਧਰਤੀ ਤੇ ਜਿਹੜੇ ਦਿਨ ਕੱਟਣ ਆਏ ਸਨ ਜੀ। ਭਾਂਜੜ ਕੱਟੀ ਬਿਰਾਨੇ ਬਾਰ, ਬਰਾਨੇ ਬਾਰ, ਬਰਾਨੇ ਦੇ ਅਰਥ ਆਉਂਦੇ ਨੇ ਪਰਾਇਆ, ਬਾਰ ਦੇ ਅਰਥ ਆਉਂਦੇ ਨੇ ਘਰ। ਆਂਦੇ ਬਰਾਨੇ ਘਰਾਂ ਦੀਆਂ ਬਰੂਹਾਂ ਦੇ ਵਿੱਚ ਸਿੰਘਾਂ ਨੇ 5 ਵਾਰੀ ਜਿਹੜੀ ਸੀ ਨਾ ਬੜਾ ਭਾੜਾ ਔਖਾ ਸਮਾਂ ਜਿਹੜਾ ਕੱਟਿਆ ਹੈ ਜੀ। ਜਿਮ ਜਿਮ ਸਿੰਘ ਉਨ ਤੇ ਟਲ ਜਾਏ, ਆਂਦੇ ਜਿਉਂ-ਜਿਉਂ ਸਿੰਘ ਉਹਨਾਂ ਤੋਂ ਟਲਦੇ ਸਨ ਕਿ ਆਪਾਂ ਇਹਨਾਂ ਦੇ ਨਾਲ ਲੜਾਈ ਜਿਹੜੀ ਹੈ 2 ਹੱਥ ਨਾ ਕਰੀਏ। ਤਿਮ ਬਿਰਾੜ ਮੂਰਖ ਕੁਬਰਾਏ, ਤਿਉਂ-ਤਿਉਂ ਜਿਹੜੇ ਮੂਰਖ ਬਰਾੜ ਸਨ ਇਹਨਾਂ ਦਾ ਹੰਕਾਰ ਸਿਰ ਚੜ ਜਿਹੜਾ ਹੈ ਉਹ ਬੋਲਣ ਲੱਗ ਪਿਆ। ਸਿੰਘ ਲਖ ਤਿਸ ਵੜ ਜਾਹੇ ਦੇਸ, ਇਸ ਕਰਕੇ ਸਿੰਘ ਜਿਹੜੇ ਸਨ ਆਪਣਾ ਥਾਂ ਟਿਕਾਣਾ ਜਿਹੜਾ ਸਨ ਉਹ ਸਮੇਂ ਦੇ ਹਿਸਾਬ ਦੇ ਨਾਲ ਕਰਦੇ ਸਨ ਜੀ। ਤੁਰਕ ਨ ਸਕੈ ਕਰਤ ਹੈ ਪਰਵੇਸ਼, ਆਂਦੇ ਤੁਰਕ ਜਿਹੜੇ ਸਨ ਇੱਥੋਂ ਤੱਕ ਪ੍ਰਵੇਸ਼ ਨਹੀਂ ਸੀ ਕਰ ਸਕਦੇ। ਭਾਵ ਅਬਦਾਲੀ ਹੋਰ ਜਿਹੜਾ ਵੀ ਜ਼ਾਲਮ ਚੜ੍ਹ ਕੇ ਆਇਆ ਉਹ ਇੱਧਰ ਮਾਲਵੇ ਦੀ ਧਰਤੀ ਵੱਲ ਥੋੜ੍ਹੀ ਕਿਤੇ ਆ ਕੇ ਰਾਜੀ ਨਹੀਂ ਸੀ, ਕਿਉਂਕਿ ਉਹਨੂੰ ਇੱਧਰ ਆਉਣ 'ਚ ਬੜਾ ਘਾਟਾ ਸੀ। ਇੱਕ ਤਾਂ ਰੋਜੀ ਰੋਟੀ ਜਿਹੜੀ ਹੈ ਭਾਵ ਆਪਣੇ ਫੌਜਾਂ ਨੂੰ ਖਵਾਉਣਾ ਪਿਆਉਣਾ ਕਿੱਥੋਂ ਹੈ, ਤੇ ਦੂਜਾ ਇਹ ਸੀ ਕਿ ਪਾਣੀ ਦੀ ਵੀ ਘਾਟ ਸੀ ਆਦਿਕ। ਇਹਨਾਂ ਕਾਰਨਾਂ ਕਰਕੇ ਉਹ ਇਹਨਾਂ ਰਸਤਿਆਂ ਦੇ ਉੱਤੇ ਆ ਕੇ ਰਾਜੀ ਨਹੀਂ ਸਨ ਜੀ। ਸਿੰਘਨ ਬਲਤੇ ਆਕੀ ਰਹਿ, ਸੋ ਇਸ ਕਰਕੇ ਇਹ ਜਿਹੜੇ ਬੇਰਾੜ ਸਨ ਇਹ ਸਰਕਾਰ ਦੇ ਵੀ ਆਕੀ ਹੋ ਗਏ। ਇਹ ਵੱਡੇ ਘੱਲੂਘਾਰੇ ਦੇ ਲਾਗੇ ਛਾਗੇ ਦੀਆਂ ਗੱਲਾਂ ਹਨ ਕਿ ਜਦੋਂ ਪਹਿਲਾਂ ਸਿੰਘ ਆਉਂਦੇ ਹੁੰਦੇ ਸਨ ਤਾਂ ਇਹਨਾਂ ਨੇ ਕੀ ਕਰਨਾ ਵੀ ਸਿੰਘ ਆ ਗਏ ਨੇ ਤੇ ਹੁਣ ਸਿੰਘਾਂ ਦੇ ਨਾਲ ਮਿਲਵਰਤਨ ਬਿਠਾ ਲੈਣਾ ਬਰਾੜਾਂ ਨੇ। ਤੇ ਦੂਜੇ ਪਾਸੇ ਇਹ ਜਿਹੜਾ ਸੀ ਮਹੀਨਾ ਭਰਦੇ ਸਨ ਅਬਦਾਲੀ ਦੀਆਂ ਫੌਜਾਂ ਨੂੰ, ਜਰਵਾਣਿਆਂ ਨੂੰ। ਜਦੋਂ ਸਿੰਘ ਆ ਜਾਂਦੇ ਸੀ ਇਹਨਾਂ ਦੇ ਇਲਾਕਿਆਂ ਦੇ ਵਿੱਚ ਨਾ ਸੰਗਤ ਜੀ, ਉਦੋਂ ਫਿਰ ਇਹ ਨਾ ਉਹਨਾਂ ਨੂੰ ਆਪਣਾ ਮਹੀਨਾ ਦੇਣਾ ਬੰਦ ਕਰ ਦਿੰਦੇ ਸਨ। ਇਸ ਕਰਕੇ ਪਤਾ ਲੱਗ ਜਾਂਦਾ ਸੀ ਇਹਨਾਂ ਨੂੰ ਕਿ ਸਿੰਘ ਹੁਣ ਸਾਡੀ ਰੱਖਿਆ ਵੀ ਕਰਨਗੇ। ਜੇ ਸਾਡੇ ਘਰਾਂ 'ਚ ਸ਼ਰਨ ਲਈ ਹੈ ਤੇ ਸਿੰਘ ਦਾ ਤਾਂ ਕਰਮ ਇਹੀ ਸੀ ਕਿ ਜਿੱਥੇ ਜਾ ਕੇ ਬਹਿ ਗਏ, ਜੇ ਉੱਥੇ ਕੋਈ ਵਿਪਤਾ ਆ ਗਈ ਤਾਂ ਉਹਦਾ ਵੀ ਜਿਹੜਾ ਹੈ ਨਿਤਾਰਾ ਕਰ ਦੇਣਾ। ਤੇ ਇਹ ਅਬਦਾਲੀ ਦੀਆਂ ਫੌਜਾਂ ਨੂੰ ਫਿਰ ਜਿਹੜੇ ਸਨ ਆਪਣੇ ਟਕੇ ਨਹੀਂ ਸੀ ਭਰਦੇ ਹੁੰਦੇ ਸੀ। ਆਗੇ ਭਗਤ ਟਕੈ ਵਹਿ, ਇਸ ਕਰਕੇ ਉਹ ਜਿਹੜੇ ਪਹਿਲਾਂ ਟਕੇ ਭਰਦੇ ਸਨ ਉਹ ਨਹੀਂ ਸੀ ਭਰਦੇ। ਘੱਲੂਘਾਰੇ ਕੇ ਪਿੱਛੇ ਪਏ, ਇਹ ਜਿਹੜੀ ਦਾਸਤਾਨ ਸੀ ਨਾ ਘੱਲੂਘਾਰੇ ਤੋਂ ਬਾਅਦ ਦੀ ਵੀ ਹੈ। ਭਾਵ ਕਿ ਜਦੋਂ ਘੱਲੂਘਾਰਾ ਵਾਪਰ ਰਿਹਾ ਸੀ ਨਾ ਉਸ ਤੋਂ ਪਹਿਲਾਂ ਇਹ ਇੱਦਾਂ ਕਰਦੇ ਸਨ ਕਿ ਟਕੇ ਜਿਹੜੇ ਸਨ ਅਬਦਾਲੀ ਨੂੰ ਆਪਣਾ ਮਾਮਲਾ ਜਿਹੜਾ ਸੀ ਨਹੀਂ ਸੀ ਦਿੰਦੇ। ਇੱਦਾਂ ਕਹਿ ਦੇਣਾ ਐਨਕੀ ਕਣਕ ਥੋੜ੍ਹੀ ਹੋਈ ਹੈ, ਐਨਕੀ ਬਾਜਰਾ ਥੋੜ੍ਹਾ ਹੋਇਆ ਹੈ, ਆਪਾਂ ਤੇ ਮਰੇ ਗਏ, ਲੁੱਟੇ ਗਏ, ਸਾਡੇ ਪੱਲੇ ਕੁਝ ਨਹੀਂ ਲਿਆ, ਤੇ ਥੋੜ੍ਹਾ ਬਹੁਤਾ ਦੇ ਵੀ ਦੇਣਾ। ਤੇ ਪਰ ਜਦੋਂ ਸਿੰਘ ਆ ਜਾਂਦੇ ਸਨ ਉਦੋਂ ਉੱਕਾ ਹੀ ਨਾ ਕਰ ਦਿੰਦੇ ਸਨ ਜੀ। ਪਰ ਹੁਣ ਕੀ ਹੋਇਆ, ਇਹਨਾਂ ਦੀ ਹੁਣ ਐਤਕੀ ਨੀਤ ਬਦਲ ਗਈ। ਪਹਿਲਾਂ ਤਾਂ ਸਿੰਘਾਂ ਦੇ ਨਾਲ ਮਿਲਵਰਤਨ ਰੱਖ ਲੈਂਦੇ ਸਨ, ਅਬਦਾਲੀ ਨੂੰ ਵੀ ਆਗੀ ਬਣ ਜਾਂਦੇ ਸਨ, ਪਰ ਐਨਕੀ ਜਦੋਂ ਆਏ ਤੇ ਇਹ ਸਿੰਘਾਂ ਦੇ ਹੀ ਜਿਹੜੇ ਸਨ ਦਿਵਾਲੇ ਹੋ ਗਏ। ਹੰਕਾਰ ਆ ਗਿਆ, ਹਰ ਜੀਓ ਹੰਕਾਰ ਨਾ ਭਾਵਈ ਬਾਣੀ ਕਹਿੰਦੀ ਹੈ। ਪਰ ਆ ਗਿਆ ਹੰਕਾਰ, ਕਹਿੰਦੇ ਅਸੀਂ ਤਾਂ ਵੱਡੇ ਸੂਰਮੇ ਹਾਂ, ਸਾਡੇ ਬਰਾੜਾਂ ਵਰਗੇ ਜਿਹੜੇ ਨੇ ਉਹ ਇੱਥੇ ਦੁਨੀਆ ਤੇ ਸੂਰਮਾ ਕੋਈ ਨਹੀਂ ਜੀ। ਆਂਦੇ ਸਾਡੇ ਨਾਲ ਕਿਹੜਾ ਹੈ ਜਿਹੜਾ ਪੂਰਾ ਸਿੰਘ ਜਿਹੜਾ ਹੈ ਸਾਡੇ ਨਾਲ ਲੜ ਲਵੇਗਾ ਜੀ। ਉਹ ਕਹਿੰਦੇ ਹਨ ਸਿੰਘਾਂ ਨੂੰ ਕਿ ਉਹ ਸਿੰਘੋ ਤੁਸੀਂ ਸਾਡੇ ਦੇਸ਼ ਦੇ ਵਿੱਚ ਰਹਿ ਰਹੇ ਹੋ, ਸਾਡੇ ਘਰਾਂ ਦੇ ਵਿੱਚ ਰਹਿ ਰਹੇ ਹੋ, ਤਾਂ ਤੁਹਾਨੂੰ ਇਹ ਸੁੱਖ ਜਿਹੜਾ ਹੈ ਭੋਗਣ ਨੂੰ ਮਿਲਦਾ ਹੈ ਜੀ। ਕਹਿੰਦੇ ਹਨ ਦੇਸ਼ ਹਮਾਰੇ ਤੁਮ ਸੁਖ ਪਾਇਓ, ਦੇ ਮੂੰਡ ਕੋ ਤੁਮ ਇਹਾਂ ਰਹਾਇਓ। ਤੁਸੀਂ ਆਪਣਾ ਸਿਰ ਜਿਹੜਾ ਸਾਡੇ ਘਰਾਂ ਦੇ ਵਿੱਚ ਲੁਕਾ ਕਰਕੇ
ਫਿਰ ਜੀਂਦੇ ਹੋ ਜੀ। ਰਲ ਬਰਾੜ ਨੇ ਇਮ ਕਰ ਕਹਿਓ, ਸਾਰੇ ਬਰਾੜਾਂ ਨੇ ਰਲ ਕਰਕੇ ਇਦਾਂ ਜਿਹੜਾ ਹੈ ਸਿੰਘਾਂ ਨੂੰ ਗੱਲਾਂ ਕਰਦੇ ਹਨ ਜੀ। ਸਦ ਤੁਰ ਕਨ ਤੁਮ ਇਹਾਂ ਮਰਵਿਓ, ਕਈ ਵਾਰ ਤੇ ਇਦਾਂ ਵੀ ਡਰਾਵਾ ਦੇ ਦਿੰਦੇ ਨੇ ਕਿ ਆਪਾਂ ਤੁਰਕਾਂ ਨੂੰ ਬੁਲਾ ਲਵਾਂਗੇ, ਜੇ ਬਹੁਤਾ ਉੱਤੇ ਥੱਲੇ ਹੋਏ ਅਬਦਾਲੀ ਨੂੰ ਬੁਲਾ ਲਵਾਂਗੇ, ਅਬਦਾਲੀ ਨੂੰ ਆਪਾਂ ਤੁਹਾਡਾ ਸਤਿਆਨਾਸ਼ ਜਿਹੜਾ ਹੈ ਉਹ ਕਰ ਦੇਵਾਂਗੇ ਜੀ। ਦੋਹਰਾ ਗੰਡਾ ਸਿੰਘ ਇੱਕ ਸਿੱਖ ਥੋ, ਠੰਡ ਕਲੇਸ਼ਣ ਵਾਦ। ਆਂਦੇ ਇੱਕ ਉਸ ਸਮੇਂ ਗੰਡਾ ਸਿੰਘ ਨਾਮ ਦਾ ਸਿੱਖ ਹੋਇਆ ਹੈ। ਢੰਡ ਕਲੇਸ਼ਨ, ਢੰਡ ਕਲੇਸ਼ਨ ਇੱਕ ਪਿੰਡ ਦਾ ਨਾਮ ਹੈ, ਜਿਹੜਾ ਗੁਰੂ ਕੀ ਸੰਗਤ ਜੀ ਮਾਲਵੇ ਦੀ ਧਰਤੀ ਦੇ ਵਿੱਚ ਭੂਸਿਆਂ ਦੇ ਨੇੜੇ ਜਿਹੜਾ ਹੈ ਉਹ ਵੱਜਦਾ ਹੈ। ਉੱਥੋਂ ਦਾ ਇੱਕ ਸਿੰਘ ਸੀ ਜੀ। ਤਿਸ ਕੀ ਨਾਲ ਲੁਕੋ ਰੱਖੀ, ਕਹਿ ਲਈ ਮਝੈਲਣ ਨਾਲ। ਉਹਨਾਂ ਨੇ ਉਹਦੀ ਜਿਹੜੀ ਇਸਤਰੀ ਸੀ, ਪਤਨੀ ਸੀ ਨਾ, ਉਹ ਲੁਕੋ ਲਈ ਇਹਨਾਂ ਨੇ ਬਰਾੜਾਂ ਨੇ, ਤੇ ਅੱਗੋਂ ਨਾਂ ਲਾ ਦਿੱਤਾ ਵੀ ਜਿਹੜੇ ਨੇ ਸਿੰਘਾਂ ਨੇ ਜਿਹੜੀ ਹੈ ਉਹ ਲੁਕੋਈ ਹੈ। ਚੌਪਈ ਤੋਂ ਖਾਲਸਾ ਨੇ ਰਿਵਾਂਡ ਲਗਾਇਓ, ਤੇ ਜੇ ਕਿਤੇ ਸਿੰਘ ਜਾ ਕੇ ਪੁੱਛਦੇ ਵੀ ਉਹ ਧੀ ਭੈਣ ਇਸਤਰੀ ਜਿਹੜੀ ਕਿੱਥੇ ਹੈ, ਤੇ ਉਹ ਸਗੋਂ ਆਪਣੇ ਇਹਨਾਂ ਸਿੰਘਾਂ ਦਾ ਹੀ ਨਾਂ ਲਾ ਦਿੰਦੇ ਸਨ ਵੀ ਇਹ ਉਹ ਸਿੰਘ ਜਿਹੜੇ ਆਏ ਹੋਏ ਰਹਿਣ ਵਾਸਤੇ ਉਹ ਤੁਹਾਡੀ ਇਸਤਰੀ ਲੈ ਗਏ ਆ, ਉਹ ਤੁਹਾਡੀ ਧੀ ਲੈ ਗਏ ਆ। ਕੀਤਾ ਆਪ ਕਾਰਾ ਸੀ ਤੇ ਨਾ ਕਿਸੇ ਹੋਰ ਦਾ ਲਾ ਦੇਣਾ। ਇਸ ਤਰ੍ਹਾਂ ਜਦੋਂ ਹੋਈ ਤੇ ਫਿਰ ਸਿੰਘਾਂ ਨੇ ਨਾ ਆਪਣਾ ਦੀਵਾਨ ਜਿਹੜਾ ਹੈ ਉਹ ਲਾ ਲਿਆ ਹੈ ਜੀ। ਤਲੇ ਬਨੇ ਨੇ ਯੋ ਠਹਿਰਾਇਓ, ਉਹ ਕਹਿੰਦੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਿੰਘੋ ਸਾਡੀ ਗੱਲ ਸੁਣੋ, ਇਹ ਤੇ ਟਲਦੇ ਨਹੀਂ ਹੈ, ਤੇ ਹੁਣ ਜੇ ਟਲਦੇ ਨਹੀਂ ਫੇਰ ਤੇ ਇੱਦਾਂ ਰਹਿਣਾ ਇੱਥੇ ਜਿਹੜਾ ਹੈ ਮੁਨਾਸਿਬ ਨਹੀਂ, ਔਖਾ ਹੋ ਜਾਵੇਗਾ ਸਾਡਾ ਇੱਥੇ ਰਹਿਣਾ ਜੀ। ਵਿਗਾੜ ਭਏ ਵਿਗਾੜ ਅਬ ਬੇਈਮਾਨ, ਜਿਹੜੇ ਹੁਣ ਬਿਰਾੜ ਹਨ ਇਹ ਬੇਈਮਾਨ ਹੋ ਗਏ ਨੇ। ਪਹਿਲਾਂ ਗੁਰੂ ਨਾਨਕ ਦੇ ਘਰ ਤੋਂ ਬਖਸ਼ਿਸ਼ਾਂ ਦੇ ਪਾਤਰ ਵੀ ਹੋਏ, ਪਰ ਜਦੋਂ ਫਟਕਾਰੇ ਗਏ ਫਿਰ ਇਹ ਬੇਈਮਾਨ ਹੋ ਗਏ ਹਨ ਜੀ। ਲਾਗੇ ਖਾਲਸਾ ਦੇਖਣ ਤਾਨ, ਇਹ ਚਾਹੁੰਦੇ ਹਨ ਕਿ ਖਾਲਸੇ ਦਾ ਤਾਨ ਜਿਹੜਾ ਜ਼ੋਰ ਹੈ ਉਹ ਦੇਖਣਾ ਚਾਹੁੰਦੇ ਹਨ ਜੀ। ਹੁਣ ਤੇ ਲਏ ਕਬੀਲੇ ਕੱਢ, ਹੁਣ ਕੀ ਕਰੀਏ, ਇਹਨਾਂ ਨੇ ਤੇ ਸਾਡੇ ਕਬੀਲੇ ਵੀ ਕੱਢ ਲਏ, ਭਾਵ ਕਿ ਇਹ ਧੀਆਂ ਭੈਣਾਂ ਤੱਕ ਬੱਚਿਆਂ ਤੱਕ ਵੀ ਜਿਹੜੇ ਸਨ ਹੱਥ ਪਾਉਣ ਬਹਿ ਗਏ ਹਨ ਜੀ। ਔਰ ਦੇਸ਼ ਮੈਂ ਦੀਨੇ ਛੱਡ, ਇਸ ਕਰਕੇ ਅਸੀਂ ਇਸ ਦੇਸ਼ ਨੂੰ ਛੱਡੀਏ ਤੇ ਅਗਾਂਹ ਕਿਤੇ ਹੋਰ ਜਾ ਕੇ ਆਪਣਾ ਜਿਹੜਾ ਹੈ ਉਹ ਠਹਿਰਾਓ ਕਰੀਏ। ਕਾਰਨ ਕੀ ਸੀ, ਇਹ ਬਾਰ-ਬਾਰ ਸਿੰਘਾਂ ਨੂੰ ਜਿਹੜੇ ਸਨ ਉਕਤਸਾ ਰਹੇ ਸਨ, ਪਰ ਸਿੰਘ ਜਿਹੜੇ ਹਲੀਮੀ ਵਰਤਦੇ ਜਾਂਦੇ ਸਨ। ਇੱਕ ਪੰਜਾਬੀ ਦਾ ਅਦਬ ਬੜਾ ਸੁੰਦਰ ਗੱਲ ਕਰਦਾ ਹੈ, ਆਂਦਾ ਸੱਜਣ ਛੱਡੀਏ ਰੰਗ ਸਿਓ ਫਿਰ ਵੀ ਹੋਵਣ ਮੇਲੇ। ਆਂਦੇ ਇਹੋ ਜਿਹੇ ਮੂਰਖਾਂ ਦੇ ਨਾਲ ਜਦੋਂ ਪੰਗਾ ਪੈ ਜਾਵੇ ਨਾ, ਸੱਜਣ ਸਮਝ ਕੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਇਹਨਾਂ ਨਾਲ ਤੇ ਕੀ ਪਤਾ ਕਿਹੜੇ ਸਮੇਂ ਫਿਰ ਵਾਸਤਾ ਪੈ ਜਾਵੇ, ਸਾਨੂੰ ਲੋੜ ਪੈ ਜਾਵੇ। ਹੈ ਤੇ ਕਰਨ ਜੋਗੇ ਕੁਝ ਹੈ ਨਹੀਂ ਸੀ, ਉਪਲੀਆਂ ਹਵਾਵਾਂ ਦੇ ਵਿੱਚ ਜਿਹੜੇ ਸਨ ਉਹ ਬੰਦੂਕਾਂ ਚਲਾਈ ਜਾਂਦੇ ਸਨ, ਗੋਲੇ ਛੱਡੀ ਜਾਂਦੇ ਸਨ ਬੰਦੂਕਾਂ ਦੇ ਆਦਿਕ। ਤੇ ਉਹ ਕਹਿੰਦੇ ਹਨ ਵੀ ਇਹਨਾਂ ਸੱਜਣਾਂ ਨੂੰ ਹੁਣ ਛੱਡ ਦੇਣਾ ਚਾਹੀਦਾ। ਬੜੀ ਵਾਰ ਆਪਾਂ ਇੱਥੇ ਰਹੇ ਹਾਂ, ਇਹਨਾਂ ਦੇ ਘਰਾਂ 'ਚ ਜਿਹੜਾ ਵਾਸਾ ਕੀਤਾ, ਜੇ ਇੱਦਾਂ ਉੱਚਾ ਨੀਵਾਂ ਬੋਲਦੇ ਕੋਈ ਗੱਲ ਨਹੀਂ, ਆਪਾਂ ਹੁਣ ਇਹ ਨਗਰ ਛੱਡ ਦਿੰਦੇ ਹਾਂ, ਕਿਤੇ ਫਿਰ ਵੀ ਇਹਨਾਂ 'ਤੇ ਆ ਕੇ ਇੱਥੇ ਟਿਕਾਣੇ ਦੇ ਵਿੱਚ ਰਹਿਣਾ ਪੈ ਜਾਂਦਾ ਹੈ। ਸੱਜਣ ਛੱਡੀਏ ਰੰਗ ਸਿਓ ਫਿਰ ਵੀ ਹੋਵਣ ਮੇਲੇ, ਫਿਰ ਕਿਤੇ ਮੇਲ ਹੋ ਸਕਦਾ ਹੈ ਜੀ। ਗੁਰੂ ਕੋਠੇ में थे सो रहे, ਉਸ ਸਮੇਂ ਇਹ ਗੁਰੂ ਕੇ ਕੋਠੇ ਇੱਕ ਪਿੰਡ ਹੈ, ਉੱਥੇ ਜਾ ਕੇ ਜਿਹੜੇ ਨੇ ਇਹ ਰਹਿਣਾ ਕਰਦੇ ਨੇ। ਧਿਆਨ ਦੇਣਾ, ਭਾਈ ਰੂਪੇ ਕੇ ਇਹਦੇ ਲਾਗੇ ਹੈ ਬਾਜਾਖਾਨਾ, ਤੇ ਨਾਲ ਹੀ ਇਹਦੇ ਲਾਗੇ ਇੱਕ ਪਿੰਡ ਵੱਜਦਾ ਹੈ ਭਗਤਾ ਭਾਈ ਕਾ। ਭਗਤਾ ਭਾਈ ਕੇ ਲਾਗੇ ਹੈ ਗੁਰੂ ਕਾ ਕੋਠਾ ਪਿੰਡ। ਇਹ ਕਿੱਦਾਂ ਬਣਿਆ, ਜਦੋਂ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਨਾਰਾਜ਼ ਹੋ ਕਰਕੇ ਦਿੱਲੀ ਦੇ ਬਾਦਸ਼ਾਹ ਤੱਕ ਪਹੁੰਚ ਕਰਦੇ ਨੇ, ਤੇ ਕਹਿੰਦੇ ਹਨ ਕਿ ਮੈਨੂੰ ਤੇ ਘਰ ਦੇ ਵਿੱਚੋਂ ਕੁਝ ਨਹੀਂ ਮਿਲਿਆ ਆਦਿਕ। ਉਦੋਂ ਜਹਾਂਗੀਰ ਇਹਨੂੰ ਇੱਕ ਪਿੰਡ ਜਿਹੜਾ ਸੀ ਨਾ ਇਹਦਾ ਨਾਮ ਕਰ ਦਿੰਦਾ ਹੈ, ਤੇ ਇਹਨੇ ਉਹ ਜਗ੍ਹਾ ਜਿਹੜੀ ਹੈ ਉੱਥੇ ਆ ਕੇ ਜਿਹੜਾ ਪਿੰਡ ਵਸਾਇਆ, ਉਹਦਾ ਨਾਮ ਰੱਖਿਆ ਗੁਰੂ ਕਾ ਕੋਠਾ। ਇਹ ਪ੍ਰਿਥੀ ਚੰਦ ਦੇ ਵਸਾਇਆ ਹੋਇਆ ਪਿੰਡ ਸੀ, ਇਤਿਹਾਸ ਦੇ ਵਿੱਚ ਆਉਂਦਾ ਹੈ। ਇਹ ਗੁਰੂ ਕੇ ਕੋਠੇ ਪਿੰਡ ਵਿੱਚ ਜਾ ਕੇ ਵਸੇ ਹਨ ਸਿੰਘ ਜੀ। और जवाब न बहन न गए, ਹੋਰ ਕਿਤੇ ਬਰਾੜ ਉਹਨਾਂ ਨੂੰ ਬਹਿਣ ਨਹੀਂ ਸੀ ਦਿੰਦੇ ਜੀ। निकल बेरार गिल जलन मार, ਆਂਦੇ ਨਿਕਲ ਬਿਰਾੜ ਗਿੱਲਣ ਲਏ ਵਾਰ। ਇਹ ਬਰਾੜਾਂ ਦੇ ਪਿੰਡਾਂ ਦੇ ਵਿੱਚੋਂ ਨਿਕਲ ਕਰਕੇ ਅੱਗੇ ਕੋਠਾ, ਗੁਰੂ ਕਾ ਕੋਠਾ ਜਿਹੜਾ ਪਿੰਡ ਹੈ ਉਹ ਸੀ ਆਪਣੇ ਗਿੱਲ ਗੋਤ ਦਾ ਪਿੰਡ। ਆਂਦੇ ਗਿੱਲਾਂ ਦੇ ਘਰਾਂ ਦੇ ਵਿੱਚ ਜਾ ਕੇ ਇਹਨਾਂ ਨੇ ਵਾਸਾ ਕੀਤਾ ਹੈ ਜੀ। उन दिन ते पे गिल सुखार,
ਉਸ ਦਿਨ ਤੋਂ ਜਿਹੜੇ ਗਿੱਲ ਬਰਾਦਰੀ ਦੇ ਲੋਕ ਸਨ ਉਹ ਸੁੱਖ ਦਾ ਸਾਹ ਲੈਣ ਲੈ ਗਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸੁਖੀ ਹੋ ਗਏ ਵੀ ਸਿੰਘ ਜਿਹੜੇ ਸਾਡੇ ਘਰਾਂ ਦੇ ਵਿੱਚ ਆਏ ਨੇ। ਸੱਚੀ ਹੈ ਗੁਰੂ ਕੀ ਸੰਗਤ ਜੀ, ਜਦੋਂ ਕੋਈ ਗੁਰੂ ਪਿਆਰਾ ਕਿਸੇ ਦੇ ਘਰ ਜਾਂਦਾ ਹੈ ਉਹ ਇਹ ਸਮਝਦਾ ਹੈ ਕਿ ਇਹ ਪੰਜ ਪਿਆਰਿਆਂ ਦਾ ਰੂਪ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਿੱਖ ਹਨ। ਨਹੀਂ ਤਾਂ ਕਈ ਵਾਰ ਆਪ ਜੀ ਨੂੰ ਇਸ ਤਰ੍ਹਾਂ ਵੀ ਮਿਲੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਾਂਦੀ ਹੋਵੇ ਨਾ, ਤੇ ਮਜਾਲ ਹੈ ਕੋਈ ਜਿਹੜਾ ਹੈ ਉਹ ਉਤਰ ਜਾਵੇ ਮੋਟਰਸਾਈਕਲ ਤੋਂ, ਸਾਈਕਲ ਤੋਂ ਆਦਿਕ, ਕਹਿੰਦੇ ਜਾਣਦੇ ਸਾਡਾ ਕਿਹੜਾ ਗੁਰੂ ਹੈ। ਸਿੱਖ ਵੀ ਇੱਦਾਂ ਦੇ ਹੋ ਚੁੱਕੇ ਕਈ ਵਾਰ, ਸਤਿਕਾਰ ਕਰਨਾ ਭੁੱਲ ਗਏ। ਪਰ ਸਿੰਘਾਂ ਦਾ ਸਤਿਕਾਰ ਬੜਾ, ਜੇ ਬਰਾੜਾ ਨੇ ਨਾ ਕੀਤਾ ਤੇ ਇਹਨਾਂ ਗਿੱਲਾਂ ਨੇ ਹੁਣ ਬੜਾ ਸਤਿਕਾਰ ਕੀਤਾ, ਕਿਉਂਕਿ ਪਤਾ ਹੈ ਗੁਰੂ ਕੇ ਸਿੱਖ ਹਨ, ਲੋੜ ਹੈ ਸਮੇਂ ਦੀ, ਇਹਨਾਂ ਦੀ ਸੇਵਾ ਕਰਾਂਗੇ ਮਾਲਕ ਭਾਗ ਹੋਰ ਲਾਵੇਗਾ ਜੀ। ਉਸ ਸਮੇਂ ਬਿੱਜੂ ਪਿੰਡ ਤੋਂ ਇੱਧਰ ਬਰਾੜਾ ਨੇ ਜਿਹੜਾ ਢਮਕ ਵਜਾ ਦਿੱਤਾ, ਭਾਵ ਨਗਾਰਾ ਜਿਹੜਾ ਹੈ ਖੜਕਾ ਦਿੱਤਾ ਹੈ ਜੀ, ਨਗਾਰੇ ਤੇ ਚੋਟ ਲਾਈ ਹੈ। ਬਰਾੜਾ ਨੇ ਆਪਣਾ ਇੱਕ ਥਾਂ ਜਿਹੜਾ ਹੈ ਜਥਾ ਜਿਹੜਾ ਹੈ ਉਹ ਬਣਾ ਲਿਆ। ਹੁਣ ਦਿਵਸ ਰਾਤ ਪਰ ਸਿੰਘ ਅਕਾਹੇ, ਕਦੇ ਦਿਨੇ ਕਦੇ ਰਾਤ ਸਿੰਘਾਂ ਦੇ ਉੱਤੇ ਛੋਟੇ ਛੋਟੇ ਹਮਲੇ ਕਰਦੇ ਨੇ, ਪਰ ਸਿੰਘ ਜਿਹੜੇ ਇਹਨਾਂ ਗੱਲਾਂ ਤੋਂ ਅੱਕ ਚੁੱਕੇ ਹਨ ਜੀ। ਜੋ ਲੱਭੈ ਲੁੱਟ ਮਾਰਤੇ ਸੁਖ ਜਾਹੇ, ਜੋ ਕੁਝ ਲੱਭਦਾ ਸੀ ਇਹ ਲੁੱਟ ਲੈਂਦੇ ਸਨ ਬਰਾੜ ਸਿੰਘਾਂ ਦਾ। ਤਿਮ ਭਇਓ ਸਿੰਘਣ ਬਰਾੜਨ ਵਡੇਰਾ, ਇਸ ਸਮੇਂ ਫਿਰ ਸਿੰਘਾਂ ਦਾ ਤੇ ਬਰਾੜਾਂ ਦਾ ਜਿਹੜਾ ਸੀ ਨਾ ਘਮਸਾਨ ਦਾ ਵਿਖੇੜਾ ਜਿਹੜਾ ਸੀ ਉਹ ਸ਼ੁਰੂ ਹੋ ਗਿਆ। ਭਾਵ ਹੁਣ ਜਿਹੜਾ ਯੁੱਧ ਜਿਹੜਾ ਹੈ, ਲੜਾਈ ਜਿਹੜੀ ਹੈ ਇਹਨਾਂ ਦੋਨਾਂ ਦੇ ਵਿਚਕਾਰ ਆ ਬਣੀ ਹੈ ਜੀ। ਕਰਿਆ ਸਿੰਘਨ ਸਿਓ ਨਿਤਵੈ ਭੇੜਾ, ਉਹ ਸਿੰਘਾਂ ਦੇ ਨਾਲ ਜਿੱਥੇ ਕਿਤੇ ਵੀ ਮੌਕਾ ਮਿਲਦਾ ਉਹਨਾਂ ਦੇ ਨਾਲ ਦੋ ਹੱਥ ਕਰਦੇ ਹਨ ਬਰਾੜ ਜੀ। ਸਿੰਘ ਉਤੇ ਜੇ ਤੈ ਥਾ ਥੋੜੇ, ਕਈ ਵਾਰੀ ਤਾਂ ਸਿੰਘ ਜਿੱਥੇ ਲੜਦੇ ਸਨ ਉਹ ਥੋੜੇ ਪੈ ਜਾਂਦੇ ਸਨ, ਇਸ ਕਰਕੇ ਇਦਾਂ ਵੀ ਥੋੜਾ ਔਖਾ ਚੱਲਦਾ ਸੀ ਜੀ। ਸਿੰਘਨ ਕਿਮ ਕਿਮ ਰਖੈ ਰਾਤ ਘੋੜੇ, ਕਈ ਥਾਵਾਂ ਤੇ ਸਿੰਘਾਂ ਨੇ ਰਾਤ ਆਪਣੇ ਘੋੜੇ ਸਾਂਭਣ ਵਾਸਤੇ ਵੀ ਜਿਹੜੀ ਸੀ ਉਹ ਜਗ੍ਹਾ ਚੁਣੀ ਸੀ ਜੀ। ਰਾਤ ਹੋਤ ਸਿੰਘ ਰਲੇ ਔਰ ਆਏ, ਪਰ ਦੂਜੇ ਹੀ ਸਵੇਰ ਜਦੋਂ ਪ੍ਰਾਤ ਹੋਏ, ਜਦੋਂ ਸਵੇਰ ਹੁੰਦੀ ਸੀ ਹੋਰ ਸਿੰਘ ਨਾਲ ਇਹਨਾਂ ਦੇ ਰਲ ਜਾਂਦੇ ਸਨ ਆ ਕੇ ਜੀ। ਤਬ ਲੀਨੋ ਕਿਛ ਨਾਟ ਬਨਾਏ, ਤਬ ਲੀਨੋ ਕਿਛ ਠਾਠ ਬਣਾਏ, ਤਬ ਲੀਨੋ ਕਿਛ ਠਾਠ ਬਣਾਏ। ਠਾਠ ਦੇ ਅਰਥ ਆਏ ਨੇ ਕਿ ਉਦੋਂ ਕੋਈ ਮਤਾ ਜਿਹੜਾ ਸੀ ਉਹਨਾਂ ਨੇ ਪਕਾਇਆ, ਉਦੋਂ ਕੋਈ ਸਲਾਹ ਕੀਤੀ, ਕੋਈ ਇੱਕ ਥਾਂ ਬੈਠ ਕਰਕੇ ਜਿਹੜੀ ਹੈ ਹੁਣ ਗੱਲਬਾਤ ਕੀਤੀ ਕਿ ਹੁਣ ਇਹਨਾਂ ਦਾ ਕੋਈ ਹੱਲ ਜਿਹੜਾ ਹੈ ਨਾ ਉਹ ਕਰਨਾ ਬਣਦਾ ਹੈ ਜੀ। ਦੋਰਾ ਤਉ ਬਰਾੜ ਫਿਰ ਨਹਿ ਢਲੈ, ਪੜੈ ਪਹਿਲ ਤਿਸ ਸੋਤੇ ਸੋਏ। ਤੋ ਬਰਾੜ ਫਿਰ ਨਹਿ ਟਲੈ, ਪੜੇ ਪਹਿਰ ਤੀਏ ਸੋਏ। ਪਰ ਫਿਰ ਵੀ ਬਰਾੜ ਜਿਹੜੇ ਹਟੇ ਨਾ ਜਦੋਂ, ਤੇ ਇਹਨਾਂ ਨੇ ਉਸ ਦਿਨ ਤੀਜਾ ਪਹਿਰ ਸੀ ਦਿਨ ਦਾ, ਸਵੇਰੇ 3 ਤੋਂ 6, 6 ਤੋਂ 9 ਤੇ 9 ਤੋਂ 12 ਤੀਜਾ ਪਹਿਰ। 9 ਤੋਂ 12 ਦੇ ਵਿਚਕਾਰ ਸਮਾਂ ਹੈ। ਉਦੋਂ ਇਹਨਾਂ ਨੇ ਤੀਜੇ ਪਹਿਰ ਦਿਨ ਦੇ ਸਿੰਘਾਂ ਦੇ ਉੱਤੇ ਹਮਲਾ ਕਰ ਦਿੱਤਾ ਜੀ। ਧੀ ਸੁਖਾ ਸਿੰਘ ਤੇ ਖੜੇ, ਭਇਓ ਮੁੱਢ ਭੇੜੋ ਹੋਏ। ਸਿੰਘ ਵੀ ਫਿਰ ਅੱਗੋਂ ਜਿਹੜੇ ਤਿਆਰ ਬਰ ਤਿਆਰ ਸਨ, ਉਹਨਾਂ ਦੀ ਮੁੱਠ ਭੇੜ ਹੁਣ ਇਹਨਾਂ ਬਰਾੜਾਂ ਦੇ ਨਾਲ ਸ਼ੁਰੂ ਹੋ ਗਈ ਹੈ ਜੀ। ਚੌਪਈ ਕਉ ਸਿੰਘ ਥੋ ਚੰਡੀ ਪਰਤੁਰਤ, ਕਉ ਸਿੰਘ ਥੋ ਚੰਡੀ ਪੜ੍ਹਤੋ। ਉਸ ਸਮੇਂ ਕੋਈ ਸਿੰਘ ਚੰਡੀ ਦੀ ਵਾਰ ਦਾ ਪਾਠ ਵੀ ਕਰ ਰਿਹਾ ਸੀ ਜੀ। ਕਉ ਸਿੰਘ ਸੁਚੇਤੋ ਕਰਤੋ, ਕੋਈ ਸਿੰਘ ਜਿਹੜਾ ਸੀ 5 ਇਸ਼ਨਾਨਾ ਕਰ ਰਿਹਾ ਸੀ ਜੀ। ਸੁਨਤ ਲੜਾਈ ਸਭ ਚੜ੍ਹ ਪੜੇ, ਜਿਹੜੇ ਪਾਠ ਕਰਦੇ ਸਨ, ਜਿਹੜੇ 5 ਇਸ਼ਨਾਨਾ ਕਰ ਰਹੇ ਸਨ, ਸੋਚ ਕਰ ਰਹੇ ਸਨ ਆਦਿਕ, ਜਦੋਂ ਉਹਨਾਂ ਨੇ ਸੁਣਿਆ ਨਾ ਕਿ ਬਰਾੜ ਆ ਪਏ ਨੇ, ਇਹ ਵੀ ਇੱਕਦਮ ਜਿਹੜੇ ਸਿੰਘਾਂ ਦਾ ਸਾਥ ਦੇਣ ਵਾਸਤੇ ਉਸ ਲੜਾਈ ਵਿੱਚ ਕੁੱਦ ਪਏ ਹਨ ਜੀ। ਕਰੈ ਮਜ਼ਾਕ ਵੈ ਸਿੰਘਨ ਕੋ ਖੜੇ, ਦੂਜੇ ਪਾਸੇ ਬਰਾੜ ਜਦੋਂ ਸਿੰਘਾਂ ਨੂੰ ਖੜੇ ਵੇਖਦੇ ਹਨ ਵੀ ਇਹ ਵੀ ਆ ਗਏ ਲੜਨ ਵਾਸਤੇ, ਤੇ ਅੱਗੋਂ ਮਜ਼ਾਕੀਆ ਸੁਭਾਅ ਦੇ ਨਾਲ ਗੱਲਾਂ ਕਰਦੇ ਹਨ ਜੀ। ਕੋਏ ਜਾਣੈ ਸਿੰਘ ਨੇੜ ਨ ਆਵੈ, ਉਹ ਸਮਝਦੇ ਸਨ ਕਿ ਸਿੰਘਾਂ ਨੇ ਸਾਡੇ ਨੇੜੇ ਨਹੀਂ ਢੁਕਣਾ, ਅਸੀਂ ਬੜੇ ਬਹਾਦਰ ਹਾਂ ਜੀ। ਹਮ ਬੜੀ ਜਨ ਤੇ ਦੂਰ ਰਹਾਵੈ, ਸਾਨੂੰ ਜਿਹੜਾ ਹੈ ਛੁਰੀਆਂ ਨੇ ਸਾਡਿਆਂ ਪਾਸ, ਭਾਵ ਸਾਡੇ ਕੋਲ ਛੁਰੀਆਂ ਨੇ, ਹਥਿਆਰ ਹੈ, ਤੇ ਸਾਡੀਆਂ ਛੁਰੀਆਂ ਤੋਂ ਉਹ ਦੂਰ ਰਹਿਣਗੇ ਜੀ। ਹਮ ਬੜ ਭਾਗ ਜੋ ਹਮ ਪਰ ਆਵੈ, ਸਾਪਾਂ ਤਾਂ ਬੜੇ ਵਡਭਾਗੇ ਹਾਂ, ਆਪਾਂ ਗੁਰੂ ਵੱਲੋਂ ਬਖਸ਼ੇ ਹੋਏ ਹਾਂ। ਹਾਲਾਂਕਿ ਸਰਾਪੇ ਹੋਏ ਸਨ ਇਹ ਬਰਾੜ,
ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਹੈ, ਅਸੀਂ ਵਡਭਾਗੇ ਹਾਂ, ਹਮ ਵਡਭਾਗ ਜੋ ਹਮ ਪਰ ਆਵੇ। ਇਹ ਕਿੱਦਾਂ ਹੋ ਸਕਦਾ ਹੈ ਕਿ ਸਾਡੇ ਉੱਤੇ ਆ ਕੇ ਸਿੰਘ ਜਿਹੜੇ ਨੇ ਉਹ ਦੋ ਹੱਥ ਕਰਨ ਜੀ। ਮਾਰ ਪਰਚੀਆਂ ਨੇ ਘੋੜੇ ਲੈ ਜਾਵੇ। ਪਰ ਸਿੰਘ ਜਦੋਂ ਜਿਹੜੇ ਸਨ ਹਮਲਾ ਕੀਤਾ ਨਾ, ਇਹਨਾਂ ਨੇ ਇਹ ਸੋਚਿਆ ਕਿ ਆਪਾਂ ਬਰਸ਼ੀਆਂ ਮਾਰ ਕੇ ਜਿਹੜੇ ਸਿੰਘਾਂ ਦੇ ਘੋੜੇ ਜਿਹੜੇ ਆ ਖੋਹ ਲਵਾਂਗੇ ਜੀ। ਸਿੰਘਾਂ ਨੇ ਜਾਣਿਓ ਹਮ ਲੱਭਿਓ ਸ਼ਿਕਾਰ। ਇਹਨਾਂ ਨੇ ਜਾਣਨਾ ਕੀਤਾ ਹੈ ਕਿ ਸਿੰਘ ਜਿਹੜੇ ਸਾਡਾ ਸ਼ਿਕਾਰ ਬਣ ਗਏ ਹਨ ਜੀ। ਲੈ ਹੈ ਬੰਦੂਕੇ ਪਰਚੀਆਂ ਨੇ ਮਾਰ। ਪਰ ਫਿਰ ਕੀ ਹੋਇਆ, ਪੈਂਤਲਾ ਬਦਲ ਗਿਆ। ਮਾਲਕ ਦੇ ਘਰ ਦੀ ਵਡਿਆਈ, ਇਹਨਾਂ ਨੇ ਬਰਸ਼ੀਆਂ ਦੇ ਨਾਲ ਵਾਰ ਕਰਨਾ ਸੀ, ਸਿੰਘਾਂ ਦੇ ਕੋਲੋਂ ਬੰਦੂਕਾਂ ਸੀ ਤੇ ਉਹਨਾਂ ਨੇ ਬੰਦੂਕਾਂ ਦੇ ਸ਼ਰਲੇ ਜਿਹੜੇ ਨੇ ਨਾ ਉਹ ਇਹਨਾਂ ਦੇ ਉੱਤੇ ਜਿਹੜੇ ਨੇ ਚਲਾ ਦਿੱਤੇ। ਜਦੋਂ ਬੰਦੂਕਾਂ ਦੇ ਸ਼ਰਲੇ ਗੋਲੀਆਂ ਵੱਜੀਆਂ, ਫਿਰ ਉੱਥੇ ਬਰਸ਼ੀਆਂ ਛੋਟੀਆਂ ਛੋਟੀਆਂ, ਹੁਣ ਬਰਸ਼ੀਆਂ ਦੇ ਨਾਲ ਤਾਂ ਸਾਹਮਣੇ ਇੱਕ ਦੂਜੇ ਦੇ ਹੋ ਕੇ ਲੜਾਈ ਹੋਵੇਗੀ ਨਾ, ਹੁਣ ਉਹ ਬਰਸ਼ੀਆਂ ਉੱਥੇ ਕੀ ਕਰਦੀਆਂ, ਕੁਝ ਨਹੀਂ ਕਰ ਸਕੀਆਂ ਜੀ। ਇਸ ਤਰ੍ਹਾਂ ਦੋਵਾਂ ਪਾਸਿਆਂ ਤੋਂ ਗੁਰ ਕੀ ਸੰਗਤ ਜੀ ਹੱਲਾ ਹੋ ਗਿਆ। ਧਿਆਨ ਦੇਣਾ, ਅਸਲ ਦੇ ਵਿੱਚ ਇਹ ਅੱਜ ਤੋਂ ਨਹੀਂ ਸੀ, ਸਿੰਘਾਂ ਦਾ ਤੇ ਜਾਂ ਬੈਰਾੜਾਂ ਦਾ ਜਿਹੜਾ ਸੀ ਉਹ ਲੜਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੇਲੇ ਵੀ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸਨ ਕਿ ਮੈਂ ਸਿਰਫ ਔਰੰਗਜ਼ੇਬ ਦੇ ਨਾਲ ਹੀ ਦੋ ਹੱਥ ਕਰਾਂ, ਪਰ ਜਿਹੜੇ 22 ਧਰ ਦੇ ਰਾਜੇ ਸਨ, ਭੀਮ ਚੰਦ ਵਰਗੇ, ਕੇਸਰੀ ਨੰਦ ਵਰਗੇ ਆਦਿਕ, ਇਹਨਾਂ ਨੇ ਜਾਣ ਬੁੱਝ ਕੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਆਡਾ ਲਿਆ। ਪਰ ਜਦੋਂ ਆਡਾ ਲਿਆ, ਫਿਰ ਪਾਤਸ਼ਾਹ ਜੀ ਦੇ ਘਰ ਦੇ ਜੋਹਰ ਜਦੋਂ ਦੇਖਦੇ ਨੇ, ਫਿਰ ਜੰਗਾਂ ਦੇ ਵਿੱਚ ਹਾਰ ਮਿਲਦੀ ਹੈ। ਇੱਥੇ ਵੀ ਇਦਾਂ ਸੀ, ਸਿੰਘ ਕਹਿੰਦੇ ਪਏ ਨੇ ਵੀ ਆਪਾਂ ਇਹਨਾਂ ਨਾਲ ਲੜ ਕੇ ਕੀ ਕਰਨਾ ਹੈ, ਆਪਾਂ ਤੇ ਆਉਂਦੇ ਹਾਂ, ਆਪਣਾ ਥਾਂ ਟਿਕਾਣਾ ਕਰਦੇ ਹਾਂ, ਫਿਰ ਵਾਪਸ ਮੁੜ ਜਾਣਾ ਆਪਣੇ ਦੇਸ਼ ਨੂੰ। ਆਪਾਂ ਨਾਲ ਤੇ ਟਾਕਰਾ ਹੈ ਅਬਦਾਲੀ ਦੇ ਨਾਲ, ਇਹਨਾਂ ਕੋ ਵਿਚਾਰਿਆਂ ਕੋ ਆਪਾਂ ਕੀ ਲੈਣਾ, ਐਵੇਂ ਦੋ ਚਪੇੜਾਂ ਵੱਜ ਗਈਆਂ ਤੇ ਭੱਜੇ ਫਿਰਨਗੇ। ਪਰ ਹੁਣ ਉਹ ਕੰਮ ਜਿਹੜਾ ਹੋਣ ਲੱਗਾ ਹੈ, ਇਸ ਕਰਕੇ ਇਹ ਸਿੰਘਾਂ ਦੇ ਨਾਲ ਇਸ ਤਰ੍ਹਾਂ ਕਰਦੇ ਹਨ ਜੀ। ਸਿੰਘਾਂ ਦੇ ਬਰਾੜਨ ਤੈ ਭੇੜ ਪਇਓ। ਇੱਥੇ ਸਿੰਘਾਂ ਦੀ ਤੇ ਬਰਾੜਾਂ ਦੀ ਲੜਾਈ ਸ਼ੁਰੂ ਹੋ ਗਈ ਹੈ ਜੀ। ਓਏ ਚਾਹੇ ਤੂੰ ਹਮ ਪਰਚੀ ਚਲਾਵੇ। ਉਹ ਤਾਂ ਆਪਣੇ ਵੱਲੋਂ ਬਰਸ਼ੀਆਂ ਚਲਾਉਣੀਆਂ ਚਾਹੁੰਦੇ ਹਨ ਜੀ। ਸਿੰਘਾਂ ਨੇ ਗੋਲੀਆਂ ਨੇ ਸੋ ਅੱਗੇ ਗਿਰਾਵੇ। ਪਰ ਸਿੰਘ ਆਪਣੀਆਂ ਗੋਲੀਆਂ ਚਲਾ ਚਲਾ ਕੇ ਇਹਨਾਂ ਨੂੰ ਜ਼ਮੀਨ ਤੇ ਸੁੱਟਦੇ ਜਾਂਦੇ ਹਨ ਜੀ। ਵਹ ਪਰਚੀ ਸੁੱਟ ਖਾਲੀ ਜਾਏ। ਜਿਹੜੀ ਬਰਸ਼ੀ ਸੁੱਟ ਜਾਂਦੀ ਸੀ, ਫਿਰ ਉਹ ਨੰਗੇ ਪੈਰੀ ਪਿੱਛੇ ਨੂੰ ਭੱਜ ਪੈਂਦੇ ਸਨ, ਕਿਉਂਕਿ ਗੋਲੀ ਚੱਲੀ ਲੱਗ ਗਈ ਤੇ ਜਾਂ ਫਿਰ ਬਰਸ਼ੀ ਹੱਥ ਚੋਂ ਛੁੱਟ ਗਈ। ਹੁਣ ਕੀ ਕਰਨਗੇ, ਪਿੱਛੇ ਨੂੰ ਤੇ ਭੱਜਣਾ ਹੀ ਪੈਣਾ ਹੈ। ਇਸ ਕਰਕੇ ਖਾਲੀ ਨੰਗੇ ਪੈਰੀ ਭੱਜਦੇ ਪਿੱਛੇ ਨੂੰ ਜੀ। ਮਾਰ ਗੋਲਣ ਸਿੰਘ ਘੋੜੀ ਖੁਆ। ਤੇ ਸਿੰਘ ਗੋਲੀਆਂ ਮਾਰ ਕੇ ਇਹਨਾਂ ਦੀਆਂ ਘੋੜੀਆਂ ਜਿਹੜੇ ਨੇ ਉਹ ਖੋਹ ਲੈਂਦੇ ਹਨ ਜੀ। ਓਏ ਸਿੰਘ ਕੋ ਇਮ ਲੱਭੈ ਜਿਮ ਲੱਭੈ ਕਟੇਰੋ ਬਾਜ। ਸਿੰਘਾਂ ਨੂੰ ਤੇ ਹੁਣ ਇਹ ਬੜਾਲ ਇਦਾਂ ਮਿਲ ਗਏ ਹਨ ਜਿੱਦਾਂ ਬਾਜ ਨੂੰ ਜਿਹੜਾ ਹੈ ਬਟੇਰਾ ਮਿਲ ਜਾਂਦਾ ਆਪਣੇ ਸ਼ਿਕਾਰ ਦਾ। ਹੁਣ ਬਾਜ ਜਿਹੜਾ ਹੈ ਬਟੇਰੇ ਦੇ ਉੱਤੇ ਬੜਾ ਜ਼ਬਰਦਸਤ ਹਮਲਾ ਕਰਦਾ ਹੈ। ਇਸ ਤਰ੍ਹਾਂ ਸਿੰਘਾਂ ਨੇ ਹਮਲਾ ਕਰ ਦਿੱਤਾ ਜੀ। ਰੋਜ਼ ਰੋਜ਼ ਤੇ ਦੁੱਖਨ ਤੇ ਕਰ ਲਿਓ ਅਬੈਦਨ ਕਾਜ। ਸਿੰਘ ਕਹਿੰਦੇ ਨੇ ਰੋਜ਼ ਰੋਜ਼ ਦੇ ਇਸ ਦੁੱਖਾਂ ਤੋਂ ਨਾ ਇਹਨਾਂ ਬਰਾੜਾਂ ਨੂੰ ਜਿਹੜਾ ਹੈ ਨਾ ਇੱਕ ਵਾਰੀ ਸੋਧਾ ਲਾ ਦੇਣਾ ਚਾਹੀਦਾ ਹੈ ਜੀ। ਚੌਪਈ ਉੱਡੀ ਕਰਦ ਤੋਂ ਭਇਓ ਅੰਧਾਰ। ਹੁਣ ਜਦੋਂ ਘੋੜੇ ਦੀਆਂ ਪੈੜਾਂ ਜਿਹੜੀਆਂ ਨੇ ਮੈਦਾਨ ਦੇ ਵਿੱਚ ਪੈਂਦੀਆਂ ਨੇ ਤੇ ਉਹ ਧੁੰਦ ਦੇ ਨਾਲ ਜਿਹੜਾ ਮਿੱਟੀ ਉੱਡਦੀ ਹੈ, ਅੰਧੇਰਾ ਹੋ ਜਾਂਦਾ ਹੈ ਜੀ। ਹੁਣ ਨਹੀਂ ਸੀ ਲੱਭਦਾ ਕਿ ਉਹ ਬੜਾੜ ਆਪਣੇ ਨੇ ਜਾਂ ਬਗਾਨੇ ਨੇ। ਬਸ ਧੰਦਾ ਧੂਰ, ਘੋੜਿਆਂ ਦੀ ਪੌੜ, ਸਵਾਰ ਸਿੰਘ ਘੋੜਿਆਂ ਦੇ ਉੱਤੇ, ਗੋਲੀਆਂ ਚੱਲ ਰਹੀਆਂ ਨੇ ਤੇ ਬਰਾੜਾਂ ਦਾ ਜਿਹੜਾ ਸਰਵਨਾਸ਼ ਹੋ ਰਿਹਾ ਹੈ ਜੀ। ਕਿਸ਼ਕ ਛਲਕਨ ਸੋ ਪਹਿਲੇ ਮਾਰੇ। ਕਈਆਂ ਨੂੰ ਤਾਂ ਜਿਹੜਾ ਸੀ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਤੱਕ ਮਾਰ ਦਿੰਦੇ ਸਨ ਗੋਲੀਆਂ ਦੇ ਨਾਲ। ਕਈ ਵਾਰ ਤਾਂ ਘੋੜੀਆਂ ਜਿਹੜੀਆਂ ਸਨ ਬੰਦੂਕ ਦੀਆਂ ਆਵਾਜ਼ਾਂ ਦੇ ਨਾਲ ਡਰ ਕੇ ਇਹਨਾਂ ਨੂੰ ਉਦਾਂ ਹੀ ਪੈਰਾਂ ਦੇ ਥੱਲੇ ਮਿਰ ਦਿੰਦੀਆਂ ਸਨ ਜੀ। ਹੁਣ ਦੱਸੋ ਹਾਂ ਉਸ ਸਮੇਂ ਬਰਸ਼ੀਆਂ ਕੌਣ ਸੰਭਾਲ ਸਕੇਦਾ ਸੀ।
ਜਿਹੜੇ ਅੱਗੇ ਉਹ ਕਹਿੰਦੇ ਸਨ ਨਾ ਸਾਡੇ ਵਰਗਾ ਬਲੀ ਨਹੀਂ, ਹੁਣ ਇਹ ਅੱਗੇ ਅੱਗੇ ਤੇ ਸਿੰਘ ਫਿਰ ਇਹਨਾਂ ਦੇ ਪਿੱਛੇ ਪਿੱਛੇ ਭਾਜਣਾ ਪਾ ਦਿੱਤੀਆਂ। ਸਿੰਘਾਂ ਇਹਨਾਂ ਦੇ ਪਿੱਛੇ ਹਨ, ਬੈਰਾੜਾਂ ਨੂੰ ਭੱਜਣ ਦਾ ਰਸਤਾ ਨਹੀਂ ਮਿਲਦਾ ਜੀ। ਪੈਰ ਕਾਜ ਜਿਨ ਲੈ ਬਹੁ ਕੀਓ, ਬਸ ਇੱਕੋ ਹੀ ਪੈਰ ਦੇ ਵਿੱਚ ਜਿਹੜਾ ਸੀ ਨਾ ਇਹਨਾਂ ਨੇ ਆਪਣਾ ਕਾਰਜ ਜਿਹੜਾ ਸੀ ਉਹ ਸਿੱਧ ਕਰ ਲਿਆ ਸਿੰਘਾਂ ਨੇ ਜੀ। ਤੇ ਤੋ ਲੱਗੈ ਆਪਣੋ ਜੀਓ, ਇਦਾਂ ਦੇ ਵਿੱਚ ਜਿਹੜੇ ਸਨ ਤੇ ਤੋਂ ਲੈ ਗਏ ਆਪਣੋ ਜੀਓ। ਕਹਿਣ ਤੋਂ ਭਾਵ ਸੀ ਕਿ ਬੈਰਾੜ ਜਿਹੜੇ ਸਨ ਹੁਣ ਤਾਂ ਬਸ ਇਦਾਂ ਸਮਝਦੇ ਪਏ ਨੇ ਕਿ ਆਪਣੀ ਜਾਨ ਬਚਾਉਣੀ ਜਿਹੜੀ ਹੈ ਬਸ ਉਹੀ ਚੰਗੀ ਹੈ। ਇਸ ਕਰਕੇ ਜਿੱਦਾਂ ਵੀ ਹੋ ਸਕਿਆ ਇਹ ਉੱਥੋਂ ਭਜਣਾ ਕਰਦੇ ਹਨ ਜੀ। ਬਜਾਏ ਢੋਲ ਤੈ ਲੁੱਟਣ ਆਏ, ਜਿਹੜੇ ਢੋਲ ਵਜਾਉਂਦੇ ਸਨ ਆਪੇ ਲੁੱਟਣ ਲਈ ਆਏ ਹੋਏ ਸਨ। ਲੁਕ ਗਏ ਝਾੜ ਮੈਂ ਲੁਕੇ ਨਾ ਪਾਏ, ਉਹ ਹੁਣ ਝਾੜੀਆਂ ਦੇ ਓਲੇ ਲੁਕ ਗਏ, ਉਹਨਾਂ ਨੂੰ ਰੁਕਣ ਵਾਸਤੇ ਕੋਈ ਥਾਂ ਨਹੀਂ ਮਿਲਦੀ ਜੀ। ਐਸੇ ਭਈ ਬਿਰਾਦਨ ਬਾਤ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਾਲਕ ਦੇ ਘਰ ਦੀ ਜਿਹੜੀ ਹੈ ਖੇਡ ਹੈ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ। ਵੱਡੋ ਵੱਡਾ ਵੱਡ ਮੇਦਨੀ ਸਿਰਹਿ ਸਿਰ ਧੰਦੇ ਲਾਇਂਦਾ, ਨਦਰ ਉਪੱਠੀ ਜੇ ਕਰੈ ਸੁਲਤਾਨੁ ਕਾਹੋ ਕਰਾਇਂਦਾ। ਦਰ ਮੰਗਣ ਵੇਖ ਨਾ ਪਾਇਂਦਾ। ਫਿਰ ਮੰਗਣ ਮੇ ਜਾਣ ਕਿਸੇ ਦੇ ਦਰ ਤੇ ਕੋਈ ਜਿਹੜਾ ਹੈ ਪਾਤਰ ਦੇ ਵਿੱਚ ਦਾਨ ਨਹੀਂ ਜੇ ਪਾਉਂਦਾ। ਇਹ ਮਾਲਕ ਦੇ ਘਰ ਦੀ ਸਿੰਘਾਂ ਬਾਜਾਂ ਚਰਗਾਂ ਖੁਈਆਂ ਇਹਨਾਂ ਕਵਾਲੇ ਕਾਹੋ ਕਾਹੋ ਖਾਨ ਤਿਨਾ ਮਾਸ ਖਵਾਲੇ ਏਤ ਚਲਾਹੇ ਰਾਹੋ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ। ਇਹਨਾਂ ਬੈਰਾੜਾਂ ਦਾ ਹੁਣ ਜਿਹੜਾ ਖੁਰੀਆ ਖੋਜ ਮਿਟ ਗਿਆ। ਬਚੈ ਸੁਣਾਦੇ ਆਏ ਭਈ ਰਾਤ, ਜਿਹੜੇ ਥੋੜੇ ਬਹੁਤੇ ਬਚ ਗਏ ਸਨ ਪਰ ਉਦੋਂ ਨੂੰ ਆਂਦੇ ਰਾਤ ਹੋ ਗਈ। 15 ਸੈਦਲ ਘੋੜੀ ਆਈ, ਪਰ ਸਿੰਘਾਂ ਦੇ ਹੱਥ ਉਦੋਂ 1500 ਘੋੜੀਆਂ ਜਿਹੜੀਆਂ ਸਨ ਘੋੜੇ ਲੱਗ ਗਏ ਹੱਥ। ਫਿਰ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਰਾੜਾਂ ਦੇ 1500 ਘੋੜੀ ਆਦਿ ਘੋੜਾ ਕਹਿ ਲਈਏ ਉਹ ਖੋਹ ਲਏ ਹਨ ਜੀ। ਬਹੁਤ ਲਏ ਸੋ ਜੱਟ ਫੜੇ ਫੜਾਈ, ਕਈਆਂ ਬਰਾੜਾਂ ਨੂੰ ਤਾਂ ਸਿੰਘਾਂ ਨੇ ਜਿਹੜਾ ਸੀ ਬੰਦੀ ਬਣਾ ਲਿਆ। ਦੋਹਰਾ ਕਿਛ ਖੋਏ ਕਿਛ ਬਚ ਗਏ, ਸਿੰਘ ਮੁੜੈ ਉਹਨੇ ਘਰ ਵਾਰ। ਇੱਥੇ ਕਵਿਰਾਜ ਜੀ ਇਸ ਗੱਲ ਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਜਦੋਂ ਇੰਨਾ ਨੁਕਸਾਨ ਹੋਇਆ ਇਹ ਬੈਰਾੜ ਭੱਜ ਗਏ, ਕੁਝ ਕੋ ਬਚ ਗਏ ਹੋਣਗੇ ਤੇ ਸਿੰਘ ਆਪਣੇ ਘਰਾਂ ਨੂੰ ਜਦੋਂ ਆਂਦੇ ਵਾਪਸ ਮੁੜਨ ਲੱਗੇ ਹਨ ਜੀ। ਮਾਰੋ ਸਵੇਰੋ ਆਨ ਤੁਮ ਜੋ ਸਿੰਘਨ ਕਹਿਓ ਪੁਕਾਰ। ਆਪਾਂ ਕਈ ਵਾਰ ਲੜਾਈ ਦੇਖਦੇ ਨਾ ਤੇ ਜਿਹੜਾ ਫਿਰ ਲੜਾਈ ਦੇ ਵਿੱਚ ਨਾਕਾਮ ਰਹਿ ਜਾਂਦਾ ਨਾ ਉਹ ਜਾਂਦਾ ਜਾਂਦਾ ਉੱਦਾਂ ਹੀ ਫੋਕੇ ਦਬਕੇ ਮਾਰਨ ਬਹਿ ਜਾਂਦਾ। ਇਹ ਵੀ ਸਿੰਘਾਂ ਨੂੰ ਹੁਣ ਜਾਂਦੇ ਜਾਂਦੇ ਦਬਕੇ ਮਾਰਨ ਲੱਗੇ, ਕਹਿਣ ਲੱਗੇ ਕੋਈ ਨਾ ਤੁਹਾਨੂੰ ਸਵੇਰੇ ਦੇਖਾਂਗੇ। ਸਵੇਰ ਕਿਹੜਾ ਨਹੀਂ ਚੜ੍ਹਨੀ, ਜੇ ਰਾਤ ਆ ਗਈ ਹੈ ਤੁਹਾਨੂੰ ਆਪਾਂ ਹੋਰ ਫੌਜਾਂ ਲਿਆ ਕਰਕੇ ਤੁਹਾਡੇ ਉੱਤੇ ਹਮਲਾ ਕਰਾਂਗੇ। ਚੌਪਈ ਸੋ ਨੱਠ ਗਏ ਤਹਿ ਹੋਤੀ ਸਵੇਰ, ਉਹ ਉੱਥੋਂ ਨੱਠ ਗਏ ਤੇ ਉਦੋਂ ਫਿਰ ਸਵੇਰ ਦਾ ਇੰਤਜ਼ਾਰ ਸਿੰਘ ਕਰਨ ਲੱਗੇ ਹਨ ਜੀ। ਰਾਤ ਸਿੰਘ ਚੜ ਜਾਏ ਪਏ ਫੇਰ, ਸਿੰਘਾਂ ਨੇ ਸੋਚਿਆ ਕਿ ਨਾ ਸਵੇਰੇ ਹਮਲਾ ਕਰਨਾ ਹੈ, ਕਿਉਂ ਨਾ ਆਪਾਂ ਜਿਹੜੀ ਹੈ ਸਜਰੀ ਸਵੇਰ ਪੋਹ ਪਠਾਲੇ ਦੇ ਵੇਲੇ ਹੀ ਜਿਹੜਾ ਹੈ ਹਮਲਾ ਕਰ ਦਈਏ ਜੀ। ਦੇਖ ਸਿੰਘਨ ਕਰ ਸੰਨੇ ਪਰੇ, ਜਦੋਂ ਸਿੰਘ ਗਏ ਨਾ ਹਮਲਾ ਕਰਨ ਇਹਨਾਂ ਤੋਂ ਪਹਿਲਾਂ ਹੀ ਤੇ ਇਹਨਾਂ ਨੂੰ ਕਿਤੇ ਪਹਿਲਾਂ ਹੀ ਖਬਰ ਮਿਲ ਗਈ ਕਿ ਸਿੰਘ ਫਿਰ ਚੜ ਆਏ ਨੇ। ਇਹਨਾਂ ਨੇ ਕੀ ਕੀਤਾ, ਇਹ ਘਰ ਉਦਾਂ ਹੀ ਆਪਣੇ ਛੱਡ ਕੇ ਨਾ ਸੁੰਨੇ ਤੇ ਇਹ ਭੱਜ ਗਏ ਘਰਾਂ ਚੋਂ ਜੀ। ਨੱਠ ਕਰ ਮਨੁੱਖ ਕਿਤੇ ਜਾਏ ਬੜੇ, ਤੇ ਸਿੰਘ ਸੋਚਦੇ ਨੇ ਆਪਾਂ ਤੇ ਹੈਰਾਨ, ਇਹਨਾਂ ਨੇ ਤਾਂ 2 ਹੱਥ ਕਰਨੇ ਸੀ ਸਵੇਰ ਨੂੰ ਸਾਡੇ ਨਾਲ, ਪਰ ਇਹ ਪਹਿਲਾਂ ਹੀ ਆਪਣੇ ਘਰ-ਬਾਰ ਛੱਡ ਕੇ ਭੱਜ ਕੇ ਕਿੱਥੇ ਚਲੇ ਗਏ ਹਨ ਜੀ। ਰਹੀ ਚੀਜ਼ ਸਿੰਘਾਂ ਨੇ ਲੁੱਟ ਲਈ, ਜਿਹੜਾ ਉੱਥੇ ਫਿਰ ਸਮਿਆਨਾ ਪਿਆ ਸੀ ਨਾ ਸਿੰਘਾਂ ਨੇ ਸਾਂਭ ਲਿਆ, ਭਾਵ ਲੁੱਟ ਲਿਆ ਹੈ ਜੀ। ਐਸੀ ਬਾਤ ਵਿੱਚੋਂ ਕੀ ਭਈ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵਿਰਾਜ ਰਤਨ ਸਿੰਘ ਜੀ ਭੰਗੂ ਕਹਿੰਦੇ ਨੇ ਗੁਰੂ ਕੀ ਸੰਗਤ ਜੀ ਉਸ ਬਿੱਜੂ ਪਿੰਡ ਦੀ ਇੱਦਾਂ ਫਿਰ ਬਾਤ ਪਈ, ਇੱਦਾਂ ਕਹਾਣੀ ਬਣੀ, ਇੱਦਾਂ ਉੱਥੋਂ ਦੀ ਗਾਥਾ ਜਿਹੜੀ ਹੈ ਉਹ ਮੈਂ ਤੁਹਾਨੂੰ ਸੁਣਾ ਰਿਹਾ ਏ। ਬੈਰਾੜਾ ਨੇ ਜਿਹੜਾ ਸੀ ਆਪਣਾ ਹੰਕਾਰ ਵਿਖਾਇਆ, ਸਿੰਘ ਪਿੱਛੇ ਹਟਦੇ ਸਨ, ਪਰ ਜਦੋਂ ਹੁਣ ਨਾ ਹਟੇ ਬੈਰਾੜ, ਸਿੰਘਾਂ ਨੇ ਕਹਿ ਲਈ ਅਰਦਾਸਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਦੀ ਸ਼ਰਨ ਲੈ ਕਰਕੇ ਜਦੋਂ ਇੱਕੋ ਹੀ ਹੱਲਾ ਕੀਤਾ ਤੇ ਇਹ ਨੰਗੇ ਪੈਰੀ ਪਿੱਛੇ ਨੂੰ ਭੱਜੇ ਇੱਥੋਂ ਤੱਕ ਕਿ ਆਪਣੇ ਘਰ-ਬਾਰ ਵੀ ਸੁੰਨੇ ਛੱਡ ਗਏ ਹਨ ਜੀ। ਸਿੰਘਾਂ ਨੇ ਲੁੱਟੇ ਗੁਜ਼ਰ ਭਲ ਕਰੀ, ਆਂਦੇ 4-5 ਦਿਨ ਫਿਰ ਜੋ ਸਿੰਘਾਂ ਨੇ ਲੁੱਟਿਆ ਸੀ ਨਾ ਉੱਥੋਂ ਉਹਨਾਂ ਦੇ ਨਾਲ ਆਪਣੇ
ਵਹੀਰ ਦਾ ਗੁਜ਼ਾਰਾ ਕੀਤਾ ਹੈ ਜੀ। ਬਹੁਤ ਚੀਜ਼ ਥੀ ਊਹਾਂ ਉਨ ਪਰੀ, ਉੱਥੇ ਜੋ ਕੁਝ ਵੀ ਸਮਿਆਨਾ ਮਿਲਿਆ, ਆਟਾ ਚੌਲ ਕਣਕ ਆਦਿਕ ਹੋਰ ਵੀ ਜੋ ਆਪਣੇ ਵਰਤਣ ਵਾਲੀ ਚੀਜ਼ ਸੀ, ਉਹ ਸਾਰੀ ਸਾਂਭ ਲਈ ਸਿੰਘਾਂ ਨੇ ਜੀ। ਖਾਲੀ ਕਰਨ ਤਹਿ ਸਿੰਘ ਵਹਿ ਬੜੇ, ਆਂਦੇ ਜਦੋਂ ਸਿੰਘ ਉੱਥੇ ਗਏ ਤੇ ਉਹਨਾਂ ਨੇ ਇਹ ਪਿੰਡ ਜਿਹੜਾ ਖਾਲੀ ਕਰ ਦਿੱਤਾ। ਇਸ਼ਕ ਦਿਵਸ ਸਿੰਘਾਂ ਨੇ ਕੱਟ ਲਏ, ਉਦੋਂ ਫਿਰ ਸਿੰਘਾਂ ਨੇ ਬੜੇ ਆਰਾਮ ਦੇ ਦਿਨ ਕੁਝ ਕੋ ਦਿਨ ਜਿਹੜੇ ਨੇ ਕੱਟੇ ਹਨ ਜੀ। ਵਿਰਾਰ ਬੜੇ ਜਾਏ ਔਰ ਹੈ ਥਾਏ, ਪਰ ਪਤਾ ਨਹੀਂ ਜਿਹੜੇ ਬਰਾੜ ਸਨ ਉਹ ਕਿਹੜੇ ਦੇਸ਼ ਦੇ ਵਿੱਚ ਜਾ ਕੇ ਵਸ ਗਏ। ਹੁਣ ਇਹਨਾਂ ਦਾ ਨਾਮੋ ਨਿਸ਼ਾਨ ਜਿਹੜਾ ਹੈ ਨਹੀਂ ਲੱਭਦਾ, ਭਾਵ ਹੋਰ ਹੀ ਕਿਤੇ ਜਾ ਕੇ ਆਪਣਾ ਡੇਰਾ ਲਾ ਲਿਆ ਜੀ। ਕੋਟਕਪੁਰੇ ਫਰੀਦੈ ਪਾਏ, ਕਈ ਤਾਂ ਕਹਿੰਦੇ ਸਨ ਕਿ ਉਹ ਫਰੀਦਕੋਟ ਨੂੰ ਤੇ ਕੋਟਕਪੁਰੇ ਨੂੰ ਜਾ ਤੁਰੇ ਹਨ ਜੀ। ਔਰ ਜੁਰਤੇ ਵੱਡੇ ਗਿਰਾਓ, ਉੱਥੇ ਜਿਹੜੇ ਫਰੀਦਕੋਟ ਤੇ ਕੋਟਕਪੁਰ ਦੇ ਵੱਡੇ ਵੱਡੇ ਪਿੰਡ ਸਨ, ਆਂਦੇ ਉਹਨਾਂ ਵੱਲ ਜਿਹੜੇ ਸਨ ਉਹ ਤੁਰ ਗਏ। ਸੋ ਹੋਏ ਬਹਿ ਫਿਰ ਇੱਕ ਥਾਓ, ਫਿਰ ਇਸ ਤਰ੍ਹਾਂ ਸਿੰਘ ਜਿਹੜੇ ਸਨ ਇੱਕ ਥਾਂ ਰਲ ਕੇ ਬੈਠ ਗਏ ਹਨ ਜੀ। ਰਾਤ ਚੋਰੀ ਕਿਤੇ ਲੱਗਾ ਸੁਆਏ, ਕਦੇ ਕਦੇ ਬਰਾੜਾਂ ਦਾ ਜਦੋਂ ਦਾਹ ਲੱਗਦਾ ਤੇ ਰਾਤ ਫਿਰ ਇਹ ਚੋਰੀਆਂ ਕਰਦੇ ਹਨ ਜੀ, ਦਾਹ ਲਾ ਕੇ। ਦਿਨੇ ਸਿੰਘ ਤਹਿ ਪਾਸ ਨਾ ਤੇ, ਪਰ ਦਿਨੇ ਇਹਨਾਂ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਸਿੰਘਾਂ ਨੂੰ ਕੁਝ ਕਹਿ ਲੈਣ, ਉਹਨਾਂ ਦੇ ਉੱਤੇ ਹਮਲਾ ਕਰਨ ਜੀ। ਦੋਹਰਾ ਰਤਨ ਸਿੰਘ ਨੇ ਜਿਮ ਸੁਣੀ, ਤੈਸੀ ਕਰੀ ਕਈ ਲਿਖਾਏ। ਸਰਦਾਰ ਰਤਨ ਸਿੰਘ ਜੀ ਭੰਗੂ ਆਖਦੇ ਨੇ, ਹੇ ਗੁਰੂ ਕੀ ਸੰਗਤ ਜੀ, ਜਿੱਦਾਂ ਮੈਂ ਆਪਣੇ ਵੱਡਿਆਂ ਵਡੇਰਿਆਂ ਕੋਲੋਂ ਇਹ ਗਾਥਾ ਸੁਣੀ ਸੀ, ਮੇਰੇ ਪਿਤਾ ਵੀ ਇਸ ਅਬਦਾਲੀ ਦੇ ਨਾਲ ਦੋ ਹੱਥ ਕਰਦੇ ਰਹੇ। ਮੇਰਾ ਸਹੁਰਾ ਵੀ ਜਿਹੜਾ ਸੀ ਉਹ ਇਸ ਅਬਦਾਲੀ ਦੇ ਨਾਲ ਦੋ ਹੱਥ ਕਰਦਾ ਰਿਹਾ। ਮੇਰੇ ਦੋ ਚਾਚੇ ਉਹ ਵੀ ਦੋ ਹੱਥ ਕਰਦੇ ਰਹੇ। ਮੇਰੀ ਧਰਮ ਪਤਨੀ, ਮੇਰੀ ਮਾਂ, ਮੇਰੀ ਦਾਦੀ ਵੀ ਇਸ ਜੰਗਾਂ ਦੇ ਮੁਹਿੰਮਾਂ ਦੇ ਵਿੱਚ ਜਿਹੜੇ ਸਨ ਉਹ ਹਿੱਸਾ ਲੈਂਦੇ ਰਹੇ। ਹਾਲਾਂਕਿ ਉਹ ਸ਼ਹੀਦ ਹੋ ਗਏ, ਵੱਖਰੀ ਗੱਲ ਹੈ। ਕਹਿੰਦੇ ਜਿੱਦਾਂ ਫਿਰ ਮੈਂ ਉਹਨਾਂ ਸਮਿਆਂ ਦੇ ਅੰਦਰ ਆਪਣੇ ਪਿਤਾ, ਆਪਣੇ ਪੁਰਖਾਂ ਕੋ ਇਹ ਗਾਥਾ ਸੁਣੀ ਹੈ, ਉਹ ਮੈਂ ਤੁਹਾਨੂੰ ਸੁਣਾ ਦਿੱਤੀ ਹੈ ਜੀ। ਆਗਿਆ ਪਾਛਾ ਜਿਮ ਪਈ, ਕਮ ਸੋ ਧਨੀ ਬਣਾਏ। ਇਹ ਜਿੱਦਾਂ ਜਿੱਦਾਂ ਲੜਾਈਆਂ ਹੁੰਦੀਆਂ ਰਹੀਆਂ ਸਿੰਘਾਂ ਦੇ ਨਾਲ, ਦੁਸ਼ਮਣ ਦੇ ਜਿਹੜੇ ਨੇ ਦੋ ਹੱਥ ਹੁੰਦੇ ਰਹੇ, ਮੈਂ ਕਰਮਵਾਰ ਭਾਵ ਇੱਕ ਲੜੀ ਬਣਾ ਕਰਕੇ, ਜਿੱਦਾਂ ਪਹਿਲਾਂ ਵੱਡਾ ਕੱਲੂਵਾਲ ਘਰ ਆਇਆ, ਫਿਰ ਹੁਣ ਇਹ ਬਰਾੜਾਂ ਦੀ ਲੜਾਈ ਆਈ, ਆਪਾਂ ਚੈਪਟਰ ਵਾਈਜ਼ ਕਹਿ ਸਕਦੇ ਹਾਂ ਕਿ ਮੈਂ ਲੜੀ ਇੱਕ ਮੋਤੀਆਂ ਦੀ ਕਹਿ ਲਈਏ ਪਰੋ ਦਿੱਤੀ ਹੈ। ਇੱਕ ਇੱਕ ਕਰਕੇ ਉਹ ਮੈਂ ਗਾਥਾਵਾਂ ਉਸ ਸਮੇਂ ਦੀਆਂ 18ਵੀਂ ਸਦੀ ਦੀਆਂ ਤੁਹਾਨੂੰ ਸੁਣਾਉਂਦੇ ਚੱਲਾਂਗਾ ਜੀ। ਦੋਹਰਾ ਫੇਰ ਬਿਰਾਦਨ ਸ਼ਬਦ ਮਿਲ, ਇਮ ਕਹਿ ਕਰੀ ਸਲਾਹ। ਹੁਣ ਦੂਜੀ ਵਾਰ ਫਿਰ ਜਿਹੜਾ ਹੈ ਨਾ ਉਹ ਬਰਾੜਾਂ ਦੇ ਨਾਲ ਇਹਨਾਂ ਦੇ ਦੋ ਹੱਥ ਹੋਣੇ ਨੇ। ਉਹ ਕਿਸ ਤਰ੍ਹਾਂ ਗਾਥਾ ਕਵੀਰਾਜ ਜੀ ਇਹ ਕਥਾ ਕਹਿ ਰਹੇ ਨੇ, ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਜੀ। ਪਹਿਲੀ ਲੜਾਈ ਸਿੰਘਾਂ ਦੇ ਨਾਲ ਜਦੋਂ ਹੋਈ ਤੇ ਇਹ ਬਰਾੜ ਜਿਹੜੇ ਨੇ ਹਾਰ ਗਏ ਹਨ ਜੀ। ਇੰਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਦੀ ਖਿਮਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ।